ਹੈਲੋ ਬੱਚੋ, ਅੱਜ ਅਸੀਂ ਕਰਦੇ ਹਾਂ ਨੈਕਸਟ ਚੈਪਟਰ ਇਨਡੈਫੀਨਿਟ ਇੰਟੀਗ੍ਰੇਸ਼ਨ। ਇੰਟੀਗ੍ਰੇਸ਼ਨ ਕੀ ਹੁੰਦਾ ਹੈ, ਇਸ ਨੂੰ ਅਸੀਂ ਸਮਝਦੇ ਹਾਂ। ਇੰਟੀਗ੍ਰੇਸ਼ਨ ਕਰਨ ਤੋਂ ਪਹਿਲਾਂ ਸਾਨੂੰ ਸਾਰੇ ਪਿਛਲੇ ਚੈਪਟਰਸ ਡੈਰੀਵੇਟਿਵ ਦੇ ਸਾਰੇ ਫਾਰਮੂਲੇ ਔਰ ਡੈਰੀਵੇਟਿਵ ਚੰਗੀ ਤਰ੍ਹਾਂ ਕਰਨਾ ਆਉਣਾ ਚਾਹੀਦਾ ਹੈ, ਕਿਉਂਕਿ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ। ਇੰਟੀਗ੍ਰੇਸ਼ਨ ਉਲਟ ਹੈ ਡੈਰੀਵੇਟਿਵ ਦੇ। ਮੈਥ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਸ ਵਿੱਚ ਪਹਿਲਾਂ ਅਸੀਂ ਕਰਦੇ ਹਾਂ, ਫਿਰ ਉਹਨਾਂ ਦਾ ਉਲਟ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਛੋਟੀਆਂ ਕਲਾਸਿਸ ਦੇ ਵਿੱਚ ਐਡੀਸ਼ਨ ਕਰਦੇ ਹਾਂ ਅਤੇ ਉਹਦਾ ਉਲਟ ਹੈ ਸਬਟਰੈਕਸ਼ਨ। ਮਲਟੀਪਲਾਈ ਕਰਦੇ ਹਾਂ ਤਾਂ ਫਿਰ ਉਹਦਾ ਡਿਵੀਜ਼ਨ ਹੈ ਉਲਟ। ਇਸੇ ਤਰ੍ਹਾਂ ਜਿਵੇਂ ਡੈਰੀਵੇਟਿਵ ਕੀਤਾ ਹੈ ਉਹਦੇ ਬਿਲਕੁਲ ਉਲਟ ਅਸੀਂ ਕਰਨਾ ਹੈ ਇੰਟੀਗ੍ਰੇਸ਼ਨ। ਇਸ ਲਈ ਇੰਟੀਗ੍ਰੇਸ਼ਨ ਨੂੰ ਅਸੀਂ ਐਂਟੀ ਡੈਰੀਵੇਟਿਵ ਵੀ ਕਹਿੰਦੇ ਹਾਂ। ਉਹ ਦੇਖਦੇ ਹਾਂ ਕਿਸ ਤਰ੍ਹਾਂ ਹੈ ਇੰਟੀਗ੍ਰੇਸ਼ਨ। ਸੋ ਇੰਟੀਗ੍ਰੇਸ਼ਨ ਦਾ ਸਿੰਬਲ ਹੈ ਸਭ ਤੋਂ ਪਹਿਲਾਂ ਇਹ ਵਾਲਾ ਕੈਪੀਟਲ ਐਸ ਕਹਿ ਸਕਦੇ ਹੋ, ਔਰ ਜਿਸ ਫੰਕਸ਼ਨ ਦਾ ਤੁਸੀਂ ਲੈਣਾ ਹੈ ਐਫ ਐਕਸ ਦੇ ਵਿੱਚ ਰੱਖ ਦੇਣਾ ਹੈ, ਔਰ ਜਿਸ ਦੇ ਰਿਸਪੈਕਟ ਲੈਣਾ ਹੈ ਉਹ ਡੀ ਐਕਸ ਲਿਖ ਦੇਣਾ ਹੈ। ਇਹ ਵੇਰੀਏਬਲ ਐਕਸ ਹੈ ਇਸ ਫੰਕਸ਼ਨ ਦਾ, ਔਰ ਉਸੇ ਜਿਸ ਫੰਕਸ਼ਨ ਦਾ ਵੇਰੀਏਬਲ ਐਕਸ ਹੈ ਤਾਂ ਇਹਨੂੰ ਡੀ ਐਕਸ ਪਿੱਛੇ ਲਿਖਣਾ ਹੈ। ਜੇਕਰ ਸਾਡੇ ਕੋਲ ਐਫ ਵਾਈ ਹੈ, ਫੰਕਸ਼ਨ ਦਾ ਵੇਰੀਏਬਲ ਵਾਈ ਹੈ, ਤਾਂ ਇੱਥੇ ਡੀ ਵਾਈ ਲਿਖੋਗੇ। ਸੋ ਜਿਸ ਦੇ ਰਿਸਪੈਕਟ ਉਹਦਾ ਡੈਰੀਵੇਟਿਵ ਹੋ ਜਾਂਦਾ ਜਾਂ ਜਿਸ ਦੇ ਰਿਸਪੈਕਟ ਉਹਨੂੰ ਇੰਟੀਗ੍ਰੇਸ਼ਨ ਕਰਨ ਜਾ ਰਹੇ ਹੋ, ਉਸੇ ਦੇ ਰਿਸਪੈਕਟ ਹੀ ਅਸੀਂ ਉਹੀ ਡੀ ਵਾਈ ਉਹੀ ਡੀ ਐਕਸ ਲਿਖਣਾ ਹੁੰਦਾ ਹੈ। ਠੀਕ ਹੈ। ਸੋ ਇਸ ਲਈ ਸਮਝਦੇ ਹਾਂ ਥੋੜ੍ਹਾ ਇੰਟੀਗ੍ਰੇਸ਼ਨ ਐਂਟੀ ਡੈਰੀਵੇਟਿਵ ਕਿਵੇਂ ਹੈ। ਸੋ ਸਾਡੇ ਕੋਲ ਡੈਰੀਵੇਟਿਵ, ਪਹਿਲਾਂ ਮੈਂ ਡੈਰੀਵੇਟਿਵ ਤੋਂ ਸ਼ੁਰੂ ਕਰਦਾ ਕਿ ਡੈਰੀਵੇਟਿਵ ਦੇ ਫਾਰਮੂਲੇ ਹੁੰਦੇ ਆ। ਸਾਨੂੰ ਪਤਾ ਹੈ ਕਿ ਡੈਰੀਵੇਟਿਵ ਆਫ ਐਕਸ ਦੀ ਪਾਵਰ ਐਨ ਇਜ਼ ਇਕੁਅਲ ਟੂ ਸਾਡੇ ਕੋਲ ਆਲਵੇਜ਼ ਕੀ ਹੁੰਦਾ ਐਨ ਐਕਸ ਦੀ ਪਾਵਰ ਐਨ। ਇਹ ਸਭ ਨੂੰ ਤੁਹਾਨੂੰ ਆਉਣਾ ਚਾਹੀਦਾ, ਇਹ ਤੁਹਾਨੂੰ ਆਉਂਦਾ ਹੋਏਗਾ। ਠੀਕ ਹੈ। ਸੋ ਇੰਟੀਗ੍ਰੇਸ਼ਨ ਦਾ ਐਵੇਂ ਹੀ ਫਸਟ ਫਾਰਮੂਲਾ ਹੁੰਦਾ ਹੈ, ਇੰਟੀਗ੍ਰੇਸ਼ਨ ਆਫ ਐਕਸ ਦੀ ਪਾਵਰ ਐਨ ਡੀ ਐਕਸ ਇਜ਼ ਇਕੁਅਲ ਟੂ ਐਕਸ ਦੀ ਪਾਵਰ ਐਨ ਪਲੱਸ 1 ਆਪਨ ਐਨ ਪਲੱਸ 1। ਠੀਕ ਹੈ। ਇਹ ਇੰਟੀਗ੍ਰੇਸ਼ਨ ਦਾ ਫਸਟ ਫਾਰਮੂਲਾ ਹੈ ਜਿਹਦੇ ਵਿੱਚ ਸਿੰਗਲ ਟਰਮ ਐਕਸ ਹੋਏਗਾ ਔਰ ਉਹਦੀ ਪਾਵਰ ਐਨ ਹੋਵੇ ਤਾਂ ਕੀ ਉਹਦਾ ਇੰਟੀਗ੍ਰੇਸ਼ਨ ਹੈ। ਹੁਣ ਦੇਖਦੇ ਹਾਂ ਕਿ ਇਹ ਐਂਟੀ ਡੈਰੀਵੇਟਿਵ ਇੰਟੀਗ੍ਰੇਸ਼ਨ ਕਿਉਂ ਹੈ। ਕਿ ਡੈਰੀਵੇਟਿਵ ਆਫ ਐਕਸ ਦੀ ਪਾਵਰ ਮੈਂ ਐਨ ਲੈਂਦਾ, ਇਹ ਕੀ ਹੋਏਗਾ ਐਕਸ ਦੀ ਪਾਵਰ ਐਨ। ਠੀਕ ਹੈ। ਮੋਰਓਵਰ ਮੈਂ ਇਹਨੂੰ ਇਸ ਤਰ੍ਹਾਂ ਲਿਖ ਸਕਦਾ, ਜਾਂ ਇੱਕ ਵਾਰ ਇਹਨੂੰ ਸਮਝੋ ਕਿ ਇਹ ਸਾਡੀ ਸਟੇਟਮੈਂਟ ਹੈ, ਇਹ ਕੀ ਹੈ ਸਾਡਾ ਆਨਸਰ। ਜੇ ਅਸੀਂ ਉਲਟ ਕਹਿੰਦੇ ਹਾਂ ਇੰਟੀਗ੍ਰੇਸ਼ਨ ਨੂੰ ਡੈਰੀਵੇਟਿਵ ਦੇ, ਤਾਂ ਜਿਹੜਾ ਸਾਡਾ ਸਟੇਟਮੈਂਟ ਹੈ ਡੈਰੀਵੇਟਿਵ ਦੇ ਵਿੱਚ ਇਹ ਆਨਸਰ ਬਣ ਜਾਏਗਾ, ਅਤੇ ਜਿਹੜਾ ਆਨਸਰ ਹੈ ਉਹ ਸਟੇਟਮੈਂਟ ਬਣ ਜਾਏਗਾ। ਉਲਟ ਹੋ ਜਾਣਾ, ਆਹ ਚੀਜ਼ ਇੱਧਰ ਆ ਜਾਏਗੀ ਔਰ ਇਹ ਇੱਧਰ ਚਲੀ ਜਾਏਗੀ ਇੰਟੀਗ੍ਰੇਸ਼ਨ ਦੇ ਵਿੱਚ। ਸੋ ਇਸ ਲਈ ਬੱਚਿਓ ਇਹਨੂੰ ਥੋੜ੍ਹਾ ਮੋਡੀਫਾਈ ਕਰਦੇ ਹਾਂ ਜਾਂ ਸੋਲਵ ਕਰਦੇ ਹਾਂ ਕਿ ਇਹ ਜਿਹੜੀ ਕੌਂਸਟੈਂਟ ਵੈਲਿਊ ਮੈਂ ਇੱਧਰ ਲੈਂਦਾ 1/n+1 ਡੀ ਡੀ ਐਕਸ ਆਫ ਐਕਸ ਪਾਵਰ n plus 1 ਇਜ਼ ਇਕੁਅਲ ਟੂ ਐਕਸ ਪਾਵਰ n। ਨਾਓ ਮੈਂ ਬੋਥ ਸਾਈਡਸ ਇੰਟੀਗ੍ਰੇਸ਼ਨ ਲੈਂਦਾ ਇਹਨਾਂ ਦੇ। ਇਹ ਜੋ ਕੌਂਸਟੈਂਟ ਹੈ ਇਹ ਬਾਹਰ ਹੀ ਰਹਿ ਜਾਏਗਾ, ਇਹਦਾ ਕੋਈ ਇਫੈਕਟ ਨਹੀਂ ਹੋਏਗਾ। ਡੀ ਡੀ ਐਕਸ ਆਫ ਐਕਸ ਪਾਵਰ n+1 ਔਰ ਇੱਧਰ ਵੀ ਇੰਟੀਗ੍ਰੇਸ਼ਨ ਲਗਾ ਦੋਗੇ ਡੀ ਐਕਸ। ਇੰਟੀਗ੍ਰੇਸ਼ਨ ਅਤੇ ਡੈਰੀਵੇਟਿਵ ਆਪਸ ਵਿੱਚ ਉਲਟ ਨੇ, ਕੱਟ ਜਾਂਦੇ ਆ। ਠੀਕ ਹੈ। ਤਾਂ ਮੇਰੇ ਕੋਲ ਜੋ ਪੈਂਡਿੰਗ ਬਚੇਗਾ ਉਹ ਹੈ ਐਕਸ ਦੀ ਪਾਵਰ n+1 ਆਪਨ n+1 ਇਜ਼ ਇਕੁਅਲ ਟੂ ਇੰਟੀਗ੍ਰੇਸ਼ਨ ਆਫ ਐਕਸ ਪਾਵਰ n ਡੀ ਐਕਸ। ਹੁਣ ਕੀ ਹੈ, ਇਹਦੇ ਮੈਂ ਪਾਸੇ ਬਦਲ ਦਿੰਦਾ, ਐਕਸ ਪਾਵਰ n ਡੀ ਐਕਸ ਇਜ਼ ਇਕੁਅਲ ਟੂ ਐਕਸ ਪਾਵਰ n+1 ਆਪਨ n+1। ਸੋ ਇਹ ਹੁਣ ਇੱਧਰ ਜਿਹੜਾ ਮੇਰਾ
ਆਨਸਰ ਸੀ, ਇਹ ਵਾਲਾ ਆਨਸਰ ਸੀਗਾ ਡੈਰੀਵੇਟਿਵ ਦਾ। ਇਹ ਕੀ ਹੁਣ ਬਣ ਗਿਆ ਸਟੇਟਮੈਂਟ। ਤੇ ਜਿਹੜਾ ਉਧਰ ਸਟੇਟ ਆਨਸਰ ਸੀਗਾ ਡੈਰੀਵੇਟਿਵ ਦਾ, ਇਹ ਡੈਰੀਵੇਟਿਵ ਦੀ ਹੈ ਕੀ ਆ ਸਟੇਟਮੈਂਟ। ਜਿਹੜਾ ਸਟੇਟਮੈਂਟ ਸੀ ਇੱਧਰ ਡੈਰੀਵੇਟਿਵ ਵੇਲੇ, ਉਹ ਹੁਣ ਆਨਸਰ ਬਣ ਗਿਆ x+n+1। ਆ ਸਾਰੀ ਵੈल्यू ਕੀ ਹੋ गई है आंसर चली गई आ वाली, ये क्या हो गया आंसर। तो बिल्कुल उल्ट प्रोसैस है ਇਹਦਾ। जो डेरिवेटिव वेले स्टेटमेंट सीगी वो हुण आंसर बन गई, इधर चली गई। और जो डेरिवेटिव वेले आंसर सी वो स्टेटमेंट च कन्वर्ट हो गई। इसलिए असीं कहते हैं कि डेरिवेटिव ते इंटीग्रेशन आपस ਵਿੱਚ उल्ट ने, ਜਾਂ ਇਹਨੂੰ एंटी डेरिवेटिव ਕਹਿੰਦੇ ਹਨ। सो इस दा जोमैट्रिकली मीनिंग भी थोड़ा समझना होएगा की है कि साढ़े कोल जिवें ਇਹ एक ग्राफ ले लो, किसी फंक्शन का ये ग्राफ है और असी ਇਹਦਾ एरिया फाइंड आउट करना चाहते हैं A to B। तो इस फिगर का जेकर असी ये अनडिफाइंड जी फिगर है और ये कोई डिमेंशन नहीं हैगी, ना कोई ये लेंथ ब्रेडथ है और बाद घट है, तो इस जदों फिगर का जां इस ग्राफ का एरिया फाइंड आउट करना हो A to B के विचकार, तो फिर असी इंटीग्रेशन नाल इहदा एरिया फाइंड आउट करते हैं। सो इसलिए ये एरिया फाइंड आउट करने लिए जड़ियाँ अनडिफाइंड फिगर्स हैगियां उन्हां दा एरिया फाइंड आउट करने लिए भी यूज़ करते हैं। दूसरा एंटी डेरिवेटिव कैलकुलेशन दे विच है ही है, ठीक है। सो इहदा फस्ट फार्मूला तुसीं याद रखना, ये ते नाल क्वेश्चन होणगे। जिस तरह हुण x की पावर 5 का तुसीं इंटीग्रेशन फाइंड आउट करना चाहते हो, तो आप पावर फार्मूला लगा दोगे, एक पावर ऐड कर दोगे और नीचे उन्ने नंबर नाल डिवाइड कर दोगे, तो यह इंटीग्रेशन बन जाता है। जिस तरह होर देख लो कि एक क्वेश्चन देखते हैं, जिमें डेरिवेटिव ऑफ log x की होंदा इज इक्वल टू 1/x, ठीक है। यह की तुहाडी स्टेटमेंट की फाइंड आउट कर रहे हो डेरिवेटिव, यह की है तुहाडा आंसर, ठीक है। जे इहदा इंटीग्रेशन लगा देंदे हो दोनों साइड ते, ताकि यह कट जाएंगे, आ log x आ जाएगा। इंटीग्रेशन के डेरिवेटिव बिल्कुल आपस में अपोजिट ने ਜਾਂ एंटी ने कट जाने हैं और आ तुहाडे कोल पेंडिंग रह जाएगा। पासा बदल सकते हो 1/x dx का log x, जिहड़ा 1/x तुहाडे कोल डेरिवेटिव वेले आंसर सीगा, हुण वो की बन गया स्टेटमेंट। और जिहड़ी इत्थे स्टेटमेंट सीगी डेरिवेटिव वेले, वो की हो गया आंसर। सो इस तो ये याद रखोगे कि डेरिवेटिव ते इंटीग्रेशन के आपसी एंटी संबंध ने, ठीक है। जिहड़ी चीज़ स्टेटमेंट आंसर बन जाएगी, आंसर स्टेटमेंट बन जाएगी। नैक्सट है कॉन्स्टेंट ऑफ इंटीग्रेशन। कॉन्स्टेंट ऑफ इंटीग्रेशन एक ही होंदा है हर क्वेश्चन तो बाद करन तो बाद बच्चों। जिस तरह हुण असी इहनूं ही करना है, यह फार्मूला स्टैंडर्ड वैसे तो कि x⁻n+1 अपॉन n+1 है। एक कॉन्स्टेंट ऑफ इंटीग्रेशन c ऐड करना है ऑलवेज। ये क्यों करना है, ये बारे आप डिस्कस करते हैं। ये c ऑलवेज करना होएगा आपने। सपोज करो कि आप x⁻10 का डेरिवेटिव फाइंड आउट करन जा रहे हो। ਇਹਦਾ डेरिवेटिव ਤੁਹਾਨੂੰ पता है कि 10x⁻9 होएगा। एक होर एग्जाम्पल लेंदे हाँ x⁻10+5।
ਇਹਦਾ ਡੈਰੀਵੇਟਿਵ ਵੀ ਉਨਾ ਹੀ ਹੋਏਗਾ। ਇੱਕ ਹੋਰ ਐਗਜ਼ਾਮਪਲ ਲਓ, x ਦੀ ਪਾਵਰ 10 ਮਾਈਨਸ ਮੰਨ ਲਓ 8 ਆ, ਕੋਈ ਐਗਜ਼ਾਮਪਲਸ ਨੇ, ਆਪ ਜੋ ਵੀ ਮਰਜ਼ੀ ਨੰਬਰ ਲੈ ਸਕਦੇ ਹੋ। ਇਹਦਾ ਡੈਰੀਵੇਟਿਵ ਕਿੰਨਾ ਹੋਏਗਾ, x ਦੀ ਪਾਵਰ 9 ਬਰਾਬਰ ਹੀ ਆਏਗਾ। ਇੱਕ ਹੋਰ ਲੈ ਲਓ, ਪਲੱਸ c ਕਰ ਦਿਓ ਕੋਈ ਐਨੀ ਕੌਂਸਟੈਂਟ, ਇਹਦਾ ਵੀ ਕੀ ਹੋਏਗਾ, ਡੈਰੀਵੇਟਿਵ 10x ਦੀ ਪਾਵਰ 9 ਹੀ ਹੈ। ਸੋ ਡਿਫਰੈਂਟ ਨੰਬਰਸ ਦਾ ਅਸੀਂ ਡੈਰੀਵੇਟਿਵ ਫਾਈਂਡ ਕੀਤਾ, ਇਹ ਅਲੱਗ ਨੰਬਰ ਹੈ, ਅਲੱਗ ਹੈ, ਅਲੱਗ ਹੈ, ਇਹ ਅਲੱਗ ਹੈ, ਔਰ ਡੈਰੀਵੇਟਿਵ ਇਹਨਾਂ ਸਾਰਿਆਂ ਦਾ ਇੱਕ ਹੀ ਆ ਰਿਹਾ। ਪਰ ਹੁਣ ਕੀ ਹੈ ਕਿ ਅਸੀਂ ਸੋਚਦੇ ਹਾਂ ਜਾਂ ਇੱਥੇ ਡਿਸਕਸ ਕਰਕੇ ਆਏ ਹਾਂ ਕਿ ਡੈਰੀਵੇਟਿਵ ਅਤੇ ਇੰਟੀਗ੍ਰੇਸ਼ਨ ਆਪਸ ਵਿੱਚ ਉਲਟ ਨੇ। ਇਸ ਲਈ ਜੇਕਰ ਮੈਂ ਇਹਨਾਂ ਸਾਰਿਆਂ ਦਾ ਉਲਟ ਕਰੂੰਗਾ ਤਾਂ ਇਹਦਾ ਇੰਟੀਗ੍ਰੇਸ਼ਨ ਲਊਂਗਾ ਤਾਂ ਆਂਸਰ ਕੀ ਬਣੂਗਾ, ਇਹ ਚੀਜ਼। ਜੇ ਮੈਂ ਫਿਰ ਦੂਸਰਾ ਫਾਈਂਡ ਆਊਟ ਕਰਦਾ ਤਾਂ ਇਸ ਦਾ ਆਂਸਰ ਕੀ ਬਣੂਗਾ, ਇੱਕ ਇੱਕ ਕਰਕੇ ਮੈਂ ਲੈ ਰਿਹਾ, ਇਹ 2 ਆ, ਆ 3, ਆ 4 ਹੈ। ਤਾਂ ਇਸ ਦਾ ਆਂਸਰ ਜਿਵੇਂ ਦੂਸਰੇ ਦਾ ਲਿਆ, ਆ ਪਹਿਲਾ ਨੰਬਰ ਆ ਦੂਸਰਾ, ਇਹਦਾ ਆਂਸਰ ਇਹ ਵੀ ਬਣ ਸਕਦਾ। ਜਿਵੇਂ ਹੁਣ ਤੀਸਰਾ ਨੰਬਰ ਲਿਆ 10x ਦੀ ਪਾਵਰ 9 dx, ਉਲਟ ਕਰ ਰਿਹਾ ਮੈਂ, ਜਿਹੜੀਆਂ ਅੱਗੇ ਆਂਸਰ ਸੀ ਹੁਣ ਸਟੇਟਮੈਂਟ ਬਣਾ ਰਿਹਾ। ਤਾਂ x ਦੀ ਪਾਵਰ 10 ਮਾਈਨਸ 8 ਇਹ ਵੀ ਆਂਸਰ ਹੋ ਸਕਦਾ। ਸਿਮਿਲਰਲੀ ਜੇਕਰ ਲਾਸਟ ਵਾਲਾ ਲੈਂਦੇ ਹਾਂ ਤਾਂ ਇਹਦਾ ਵੀ ਆਂਸਰ ਇਹ ਆਏਗਾ। ਸੋ ਇਸ ਲਈ ਇੱਕੋ ਹੀ ਸਟੇਟਮੈਂਟ ਹੈ ਸਾਰੀ ਆਹ ਵਾਲੀ, ਔਰ ਇਹਦੇ ਆਂਸਰ ਸਾਰਿਆਂ ਦੇ ਡਿਫਰੈਂਟ ਹੈ। ਸੋ ਆਂਸਰ ਡਿਫਰੈਂਟ ਹੈ। ਇਹ ਵਾਰ ਜੋ ਨੰਬਰ ਐਡ ਹੋ ਰਿਹਾ 5 ਹੈ ਜਾਂ -8 ਹੈ ਜਾਂ ਕੋਈ ਐਨੀ ਨੰਬਰ c ਐਡ ਕਰ ਦਈਏ, ਤਾਂ ਇਸ ਚੀਜ਼ ਨੂੰ ਕਵਰ ਅਪ ਕਰਨ ਲਈ ਕਿ ਡਿਫਰੈਂਟ ਆਂਸਰ ਆ ਰਹੇ ਆ, ਸੋ ਇਸ ਲਈ ਅਸੀਂ ਹਮੇਸ਼ਾ ਇਹਦੇ 'ਚ ਕੌਂਸਟੈਂਟ ਆਫ ਇੰਟੀਗ੍ਰੇਸ਼ਨ ਐਡ ਕਰ ਦਿੰਦੇ ਹਾਂ। ਸੋ ਜਿਸ ਤਰ੍ਹਾਂ ਕਿ x ਦੀ ਪਾਵਰ 8 ਫਾਈਂਡ ਆਊਟ, ਇਹਦਾ ਤੁਸੀਂ ਇੰਟੀਗ੍ਰੇਸ਼ਨ ਫਾਈਂਡ ਆਊਟ ਕਰਨਾ ਹੈ, ਤਾਂ ਇੰਟੀਗ੍ਰੇਸ਼ਨ ਕਰਨ ਲਈ ਪਾਵਰ ਫਾਰਮੂਲਾ ਲਗਾ ਦੋਗੇ ਅਤੇ ਪਲੱਸ ਇੱਕ c ਐਡ ਕਰ ਦੇਣਾ, ਠੀਕ ਹੈ। ਜਿਵੇਂ ਅਸੀਂ ਦੇਖਿਆ ਹੈ ਕਿ ਕੋਈ ਨਾ ਕੋਈ ਨੰਬਰ ਚਾਹੇ ਕੌਂਸਟੈਂਟ ਕੋਈ ਵੀ ਹੋਵੇ, ਉਸ ਦਾ ਸਟੇਟਮੈਂਟ ਇੱਕ ਹੀ ਹੈ ਜਾਂ ਇਹਦਾ ਡੈਰੀਵੇਟਿਵ ਇੱਕੋ ਹੀ ਹੈ। ਸੋ ਇਸ ਲਈ ਇੱਕ ਨੰਬਰ ਇਹਦੇ 'ਚੋਂ ਰਹਿ ਜਾਂਦਾ ਹੈ, ਔਰ ਉਸ ਨੂੰ ਅਸੀਂ ਕਵਰ ਅਪ ਕਰਨ ਲਈ ਇਹਨੂੰ ਕਰਨਾ ਹੁੰਦਾ ਹੈ। ਇਸ ਲਈ ਇਹਨੂੰ ਇਨਡੈਫੀਨਿਟ ਇੰਟੀਗ੍ਰੇਸ਼ਨ ਕਹਿੰਦੇ ਆ ਕਿ ਇਨਡੈਫੀਨਿਟ ਵੈਲਿਊਜ਼ ਇਹ ਦਿਨ ਫਾਈਂਡ ਆਊਟ ਕਰਦੀ ਹੈ, ਐਗਜ਼ੈਕਟ ਵੈਲਿਊਜ਼ ਨਹੀਂ ਕਰਦੀ। ਔਰ c ਜਿਹੜਾ ਹੈ ਇਸ ਦੀ ਕੀ ਵੈਲਿਊ ਹੋਏਗੀ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ। ਜਾਂ ਅੱਗੇ ਕੁਐਸਚਨ ਹੁੰਦੇ ਆ ਜਦੋਂ ਅਸੀਂ ਐਪਲੀਕੇਸ਼ਨ ਆਫ ਇੰਟੀਗ੍ਰੇਸ਼ਨ ਕਰਦੇ ਹਾਂ, ਉਹਦੇ ਵਿੱਚ ਕੰਡੀਸ਼ਨਸ ਕੁਐਸਚਨ ਦੀਆਂ ਦਿੱਤੀਆਂ ਹੁੰਦੀਆਂ, ਤਾਂ ਉਦੋਂ ਅਸੀਂ ਇਹਨੂੰ ਫਾਈਂਡ ਆਊਟ ਕਰਦੇ ਹਾਂ। ਉਹ ਕੰਡੀਸ਼ਨਸ ਇਹ c ਨੂੰ ਫਾਈਂਡ ਆਊਟ ਕਰਨ ਲਈ ਹੁੰਦੀਆਂ। ਬਟ ਹੁਣ ਤੁਸੀਂ ਜਿਹੜਾ ਵੀ ਕੁਐਸਚਨ ਕਰੋ ਉਹਦੇ ਬਾਅਦ ਦੇ ਵਿੱਚ c ਐਡ ਕਰ ਦੇਣਾ। ਇਹ ਕਿਉਂ ਕਰਦੇ ਹਾਂ, ਕਿਉਂਕਿ ਅਸੀਂ ਦੇਖਿਆ ਹੈ ਕਿ ਡੈਰੀਵੇਟਿਵ ਹੈ ਅਤੇ ਇੰਟੀਗ੍ਰੇਸ਼ਨ ਦਾ ਆਪਸੀ ਐਂਟੀ ਰਿਲੇਸ਼ਨ ਹੈ, ਔਰ ਐਂਟੀ ਰਿਲੇਸ਼ਨ ਹੋਣ ਕਾਰਨ ਜਿਹੜੀਆਂ ਵੀ ਅਸੀਂ ਡੈਰੀਵੇਟਿਵ ਫਾਈਂਡ ਆਊਟ ਕੀਤੇ ਉਹਦੇ ਇੱਕੋ ਹੀ ਆਂਸਰ ਆ ਰਿਹਾ, ਔਰ ਆਂਸਰ ਇੱਕੋ ਹੀ ਆ। ਫਿਰ ਉਹ ਸਟੇਟਮੈਂਟ ਜਦੋਂ ਬਣਨੇ ਆ, ਇੱਕੋ ਹੀ ਸਟੇਟਮੈਂਟ ਦੇ ਡਿਫਰੈਂਟ ਆਂਸਰ ਆਉਣਗੇ। ਡਿਫਰੈਂਟ ਆਂਸਰ ਮੈਥ ਦੇ ਵਿੱਚ ਕੀ ਹੈ ਕਿ ਇੱਕ ਸਟੇਟਮੈਂਟ ਦੇ ਡਿਫਰੈਂਟ ਆਂਸਰ ਆਉਣੇ ਠੀਕ ਨਹੀਂ ਹੈ। ਇਸ ਲਈ ਅਸੀਂ ਇਹ ਡਿਫਰੈਂਟ ਆਂਸਰ, ਵੱਖ-ਵੱਖ ਆਂਸਰਸ ਨੂੰ ਕਵਰ ਕਰਨ ਲਈ ਇੱਕ ਪਰਟੀਕੂਲਰ ਕੌਂਸਟੈਂਟ ਐਡ ਕਰ ਦਿੰਦੇ ਹਾਂ ਹਰ ਆਂਸਰ ਤੋਂ ਬਾਅਦ, ਤਾਂ ਕਿ ਉਹ ਕਵਰ ਅਪ ਹੋ ਜਾਣ। ਸੋ ਇਸ ਲਈ ਤੁਸੀਂ ਹਰ ਆਂਸਰ ਤੋਂ ਬਾਅਦ ਇੱਕ c ਐਡ ਕਰ ਦੇਣਾ, ਇਹਨੂੰ ਚੁੱਪ ਕਰਕੇ ਐਡ ਕਰ ਦੇਣਾ ਵਿੱਚ, ਤਾਂ ਕਿ ਇਹਨੂੰ ਅਸੀਂ ਕਹਿੰਦੇ ਹਾਂ ਕੌਂਸਟੈਂਟ ਆਫ ਇੰਟੀਗ੍ਰੇਸ਼ਨ। ਹੁਣ ਜਿਵੇਂ ਡੈਰੀਵੇਟਿਵ ਆਫ ਕੌਂਸਟੈਂਟ ਨੰਬਰ ਜਾਂ 1 ਦਾ ਕਹਿ ਲਓ, ਡੈਰੀਵੇਟਿਵ 1 ਕੀ ਹੈ, ਡੈਰੀਵੇਟਿਵ ਆਫ ਕੌਂਸਟੈਂਟ ਨੰਬਰ 1 ਇਜ਼ ਇਕੁਅਲ ਟੂ ਸਾਡੇ ਕੋਲ ਹੈ 0, ਔਰ ਇੰਟੀਗ੍ਰੇਸ਼ਨ ਕੀ ਹੋਏਗਾ 1 ਦਾ, ਇਹ ਤੁਸੀਂ ਇਹ ਨਹੀਂ ਕਰੋਗੇ,
ਕੌਂਸਟੈਂਟ ਨੰਬਰ ਦਾ ਇੰਟੀਗ੍ਰੇਸ਼ਨ ਲੈਣਾ ਸੀ। ਇੰਟੀਗ੍ਰੇਸ਼ਨ ਆਫ ਕੌਂਸਟੈਂਟ ਨੰਬਰ ਇਜ਼ ਇਕੁਅਲ ਟੂ ਹੋਏਗਾ ਜਿਹਦੇ ਰਿਸਪੈਕਟ ਕਰ ਰਹੇ ਹੋ x। ਇਹ ਕਿਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਕੀ ਲਵਾਂਗੇ ਕਿ ਡੈਰੀਵੇਟਿਵ ਆਫ 1 ਲੈ ਲਓ, ਜਿਸ ਤਰ੍ਹਾਂ ਇਹਨੂੰ ਅਸੀਂ ਕਰਕੇ ਦੇਖਦੇ ਹਾਂ। 1 dx ਇਜ਼ ਇਕੁਅਲ ਟੂ ਕੀ ਹੈ ਕਿ ਅਸੀਂ 0 ਦੀ ਪਾਵਰ x ਬਾਰ 0 ਲਿਖ ਸਕਦੇ ਹਾਂ ਔਰ ਇਹ 'ਤੇ ਪਾਵਰ ਫਾਰਮੂਲਾ ਲਗਾ ਦਾਂਗੇ x ਦੀ ਪਾਵਰ 0 + 1 अपन 0 + 1। ਸੋ ਇਸ ਲਈ ਇਹ ਕੀ ਆ ਗਿਆ x ਬਾਰ 1 अपन 1 ਯੂ ਗੈਟ x। ਸੋ ਇਸ ਲਈ ਕੌਂਸਟੈਂਟ ਨੰਬਰ ਕੋਈ ਵੀ ਹੈ ਉਹਦਾ ਇੰਟੀਗ੍ਰੇਸ਼ਨ ਕੀ ਆ ਜਾਏਗਾ, ਉਹਦਾ ਕੌਂਸਟੈਂਟ ਨੰਬਰ ਦਾ ਇੰਟੀਗ੍ਰੇਸ਼ਨ cx। ਜੇ c ਹੈ ਤਾਂ cx ਔਰ ਜਾਂ ਉਹਦੇ ਨਾਲ 1 ਮਲਟੀਪਲਾਈ ਕਰਕੇ ਇਹਨੂੰ ਫਾइंड ਕਰ ਸਕਦੇ ਹੋ, ਜਾਂ ਸਿੰਗਲ ਬਿਲਕੁਲ ਓਨਲੀ 1 ਹੈ ਤਾਂ ਫਿਰ ਉਹਨੂੰ ਇਸ ਤਰ੍ਹਾਂ ਕਰਕੇ ਵੀ ਆਪ ਫਾइंड ਆਊਟ ਕਰ ਸਕਦੇ ਹੋ। ਜੇਕਰ ਇਹ 1 ਦੇ ਨਾਲ dy ਲਿਖਿਆ ਹੋਵੇ ਤਾਂ ਇਸ ਦਾ ਇੰਟੀਗ੍ਰੇਸ਼ਨ ਕੀ ਹੋਏਗਾ y, ਕਿਉਂਕਿ ਹੁਣ y ਦੇ ਰਿਸਪੈਕਟ ਕਰ ਰਹੇ ਹੋ, ਇੱਥੇ x ਦੇ ਰਿਸਪੈਕਟ ਕਰ ਰਹੇ ਸੀ, ਤਾਂ ਇਹ ਯਾਦ ਰੱਖਣਾ ਆਪਨੇ। ਠੀਕ ਹੈ, ਹੁਣ ਕੁਝ ਕੁਐਸਚਨ ਕਰਦੇ ਹਾਂ ਕਿ फर्स्ट एक प्रॉपर्टी है कि फाइंड द इंटीग्रेशन ऑफ f(x) + g(x) + h(x)। इस तरह जिन्ने मर्जी फंक्शन का एडिशन होवे तो उसका इंटीग्रेशन की होएगा, तो असीं सैपरेट कर लेना इंटीग्रेशन f(x) dx प्लस इंटीग्रेशन ऑफ g(x) dx प्लस इंटीग्रेशन ऑफ h(x) dx। इस तरह प्लस सो ऑन अलग अलग इंटीग्रेशन तुसीं लै सकते हो। सो हुण जिवें क्वेश्चन है फस्ट फार्मूला किया और एक प्रॉपर्टी, तो ये असीं एक इंटीग्रेशन फाइंड करते हैं x पावर 5 प्लस x पावर 9 प्लस x पावर 10 प्लस 5 है मान लो, यदा इंटीग्रेशन की होएगा। अज आप बिल्कुल सिंपल करते हैं, फस्ट फार्मूले ने एक ही फार्मूला किया और वो ही क्वेश्चन करते हैं। तो इस प्रॉपर्टी के अनुसार असीं की कर सकते हैं कि अलग अलग इंटीग्रेशन लगा सकते हैं। सो जिन्ने इस दे पार्ट्स ने एडिशन सबट्रैक्शन दे विच, आपनों मैं डेरीवेटिव करन वेले भी कहा सी कि 4 फंडामेंटल ऑफ मैथमैटिक्स जिहड़ियां एडिशन सबट्रैक्शन डिवीजन मल्टीप्लाई हुंदियां उत्ते असीं काम करते हैं हर वेले। सो सिमिलरली ये भी यह जोड़ हो रहा सारिਆਂ ਦਾ, तो फिर सबट्रैक्शन भी जे होवे तो इत्थे प्लस माइनस आ सकती है। ठीक है, तो मल्टीप्लाई तो अलग फार्मूले ने ते डिवीजन तो अलग ने, वो जो आउणगे करांगे। फस्ट ऑफ ऑल एडिशन सबट्रैक्शन ते आपां काम करते पे हैं। सो इसदा की होएगा कि पहला फार्मूला जो किया वो करांगे, एक पावर बढ़ा देनी है 6 लगा दोगे और बाय 6 कर दोगे प्लस ए 10 आ जाएगी पावर और 10 प्लस 11 आ जाएगी और 11 ए 1 लगा के 5 का कॉन्स्टेंट है और 1 जिमें लगाया असी इस तरह लगा के इनू कर सकते हो, तो यदा x आ जाएगा और यू कैन राइट 6/6 प्लस x पावर 10/10 प्लस x पावर 11/11 प्लस 5x। तो लास्ट एक सी ऐड कर देना। ये नहीं है एक क्वेश्चन के नाल एक ही सी तुसीं ऐड कर देना। ये क्वेश्चन एको ही है और ये डिफरेंट पार्ट्स सीगे वो असीं अलग अलग करके इंटीग्रेशन लगाता। ये नहीं है कि यह इंटीग्रेशन अलग किया इत्थे प्लस सी अलग करिए, इत्थे अलग करिए, इत्थे अलग करिए, इधर अलग करिए, वो नहीं करना। तुसीं एक क्वेश्चन एको ही कर रहे हो और एक दे अलग अलग पार्ट्स सी और लास्ट ते जाके सी ऐड कर देना। इनू कॉन्स्टेंट ऑफ इंटीग्रेशन असीं कहते हैं। ठीक है, तो ये क्वेश्चन इस तरह होणगे। तो एक दो क्वेश्चन मैं तुहानूं होर दिना, तुसीं ये करने आ। इंटीग्रेशन ऑफ x की पावर 3/2 प्लस -5/9 प्लस x की पावर 10 है प्लस x की पावर मान लो -6 है। इसका इंटीग्रेशन आपने फाइंड करना है। दूसरा क्वेश्चन है
ਕਿਊਬ ਰੂਟ ਆਫ x ਦੀ ਪਾਵਰ 9 dx। ਇਹ ਕਰੋਗੇ ਬਿਲਕੁਲ ਸਿੰਪਲ ਹੈ, ਇਹਨੂੰ ਚੇਂਜ ਕਰ ਦੇਣਾ ਮੈਂ ਹੁਣੇ ਹੀ ਤੁਹਾਨੂੰ, ਇਹਨੂੰ ਚੇਂਜ ਕਰ ਲੈਣਾ ਆਪਣੇ। ਤਾਂ ਇਹ ਆ ਜਾਏਗਾ x ਦੀ ਪਾਵਰ 9/3 ਕਿਊਬ ਰੂਟ ਹੈ ਤਾਂ ਡਿਵਾਈਡ ਹੋਏਗਾ ਔਰ ਇਹ ਕੱਟੇ ਜਾਣਗੇ ਤਾਂ ਇਹ ਆ ਜਾਏਗਾ x ਦੀ ਪਾਵਰ 3 dx। ਇਹਨੂੰ ਤੁਸੀਂ ਈਜ਼ੀਲੀ ਕਰ ਸਕਦੇ ਹੋ, ਦੇਖਣ ਨੂੰ ਟਿਪੀਕਲ ਕੁਐਸਚਨ ਸੀ। ਸੋ ਨੈਕਸਟ ਇੱਕ ਹੋਰ ਕਰ ਲਓਗੇ। ਇਹ ਫਸਟ ਫਾਰਮੂਲਾ ਯੂਜ਼ ਹੋਏਗਾ, x ਦੀ ਪਾਵਰ 3/5 ਹੈ ਪਲੱਸ 1/x ਦੀ ਪਾਵਰ 9 ਹੈ dx। ਇਹਨੂੰ ਉੱਪਰ ਲੈ ਜਾਓਗੇ, ਇਹਨਾਂ ਦਾ ਤੁਸੀਂ ਇੰਟੀਗ੍ਰੇਸ਼ਨ ਫਾਈਂਡ ਕਰਨਾ ਹੈ। ਕੁਝ ਮੈਂ ਫਾਰਮੂਲੇ ਲਿਖਦਾ, ਤੁਸੀਂ ਕੱਲ ਯਾਦ ਕਰਨੇ ਆ ਕਿ ਨੰਬਰ 1 ਹੈ इंटीग्रेशन ऑफ e दी पावर x dx इज इक्वल टू e दी पावर x प्लस c लगा ही लेना। दूसरा है इंटीग्रेशन ऑफ a दी पावर x dx इज इक्वल टू log a दी पावर x अपन log a। तीसरा है इंटीग्रेशन ऑफ 1/x dx इज इक्वल टू log x। ये करोगे तो नैक्सट ट्रिग्नोमैट्री के शुरू हो जाते हैं, बट सिंपल फार्मूले ये तुसी 3 कल याद करने हैं और ये क्वेश्चन करोगे 3 तो ये ही अज इन्ना ही इंटीग्रेशन करने की कोशिश करनी है। और ये कोई ज़्यादा टिपिकल नहीं है। जे डेरीवेटिव आता है जां डेरीवेटिव का बेसिक कंसैप्ट उत्थे यूज़ होना, हुण तुसी डायरैक्ट फार्मूले नूं याद करके सीधा भी अप्लाई कर सकते हो। तो जेकर माड़ी मोटी डेरीवेटिव कोई कमी पेशी है तो वो नाल कवर करते रहना। बट ये नहीं है कि जे डेरीवेटिव का थोड़ा बहुत प्रॉब्लम है तो ये होना ही नहीं, ये हो जाएगा। फार्मूले याद करने होंगे पर यह है आपस में उल्ट, जिमें उधर e दी पावर x का इंटीग्रेशन भी हुई है, डेरीवेटिव भी हुई है और उधर log a का डेरीवेटिव होंगे, इधर वो एस log x का 1/x होंगे। ठीक है, तो इसलिए ये सारे क्वेश्चन आपने करने हैं। तो अज इन्ना ही, थैंक यू वेरी मच।